ਸਤਿ ਸ੍ਰੀ ਅਕਾਲ। ਮੈਂ ਹਾਂ ਚੰਚਲ ਮਨੋਹਰ ਸਿੰਘ। ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ। ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਚਰਚਾ ਕਰਾਂਗੇ ਕਿ ਭਾਰਤ ਵਿੱਚ ਘੱਟ ਗਿਣਤੀਆਂ ਉੱਪਰ ਜੋ ਅਤਿਆਚਾਰ ਹੁੰਦੇ ਹਨ ਉਹ ਸਿਰਫ ਸਿੱਖਾਂ ਨਾਲ ਨਹੀਂ ਹੋਏ 1984 'ਚ, ਉਸ ਤੋਂ ਬਾਅਦ ਮੁਸਲਮਾਨਾਂ ਨਾਲ ਵੀ ਹੋਏ ਅਤੇ ਮਨੀਪੁਰ ਵਿੱਚ ਹੁਣ ਕ੍ਰਿਸਚੀਅਨ ਨਾਲ ਵੀ ਹੋਏ। ਸੋ ਘੱਟ ਗਿਣਤੀਆਂ ਦੇ ਇਹ ਦੁੱਖ ਦਰਦ ਦੀ ਜੋ ਕਹਾਣੀ ਹੈ, ਇਸ ਦੀ ਚਰਚਾ ਅੱਜ ਅਸੀਂ ਕਰਾਂਗੇ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਸ ਟਾਪਿਕ ਨੂੰ ਥੋੜ੍ਹਾ ਵਿਸਤਾਰਪੂਰਵਕ ਲਿਆ ਜਾਏ, ਨਾ ਕਿ ਹਰ ਸਾਲ ਦੀ ਤਰ੍ਹਾਂ ਜਿਵੇਂ ਕਿ ਸਿੱਖ ਸੰਸਥਾਵਾਂ 1984 ਦੇ ਕਤਲੇਆਮ ਬਾਰੇ ਉਹੀ ਗੱਲਾਂ ਰਿਪੀਟ ਕਰੀ ਜਾਂਦੀਆਂ ਜੋ ਅੱਜ ਤੋਂ ਤਕਰੀਬਨ 39 ਸਾਲ ਪਹਿਲੇ ਵਾਲੀਆਂ, ਕਿ ਸਿੱਖ ਮਾਰੇ ਗਏ, ਜਿੰਦੇ ਜਲਾਏ ਗਏ ਔਰ ਪੈਰ ਪਾਏ ਗਏ। ਗੱਲ ਇਹ ਹੈ ਕਿ ਸਾਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਜੋ ਭਾਰਤ ਵਿੱਚ ਘੱਟ ਗਿਣਤੀਆਂ ਹਨ ਉਹਨਾਂ ਦੀ ਜੋ ਸਿਕਿਉਰਿਟੀ ਹੈ ਅਤੇ ਉਹਨਾਂ ਦੇ ਜੋ ਹੱਕ ਹਨ ਉਹਨਾਂ ਨੂੰ ਨਹੀਂ ਮਿਲ ਰਹੇ। ਔਰ ਜੋ 1984 ਵਿੱਚ ਹੋਇਆ ਔਰ ਉਸ ਦੀ ਜੋ ਬਲੇਮ ਗੇਮ ਹੈ, ਬੀਜੇਪੀ ਸਾਰਾ ਦੋਸ਼ ਕਾਂਗਰਸ ਦੇ ਲੀਡਰਾਂ 'ਤੇ ਲਾ ਰਹੀ ਹੈ ਕਿ ਉਹਨਾਂ ਨੇ ਇੱਕ ਸਿੱਖ ਜੋ ਨਸਲਕੁਸ਼ੀ ਸੀ ਉਹ ਕੀਤੀ, ਕਾਂਗਰਸੀਆਂ ਨੇ ਕੀਤੀ। ਪਰ ਉਹਨਾਂ ਦੇ ਨਾਲ ਬੀਜੇਪੀ ਦੇ ਨੇਤਾ, ਲੀਡਰ ਅਤੇ ਕੁਝ RSS ਦੇ ਵਰਕਰ ਵੀ ਸ਼ਾਮਲ ਸਨ, ਕਿਉਂਕਿ ਜਦੋਂ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਆਏ ਹਨ 2014 ਤੋਂ, ਉਹ ਇਸ ਗੱਲ ਦਾ ਮਾਣ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹਨਾਂ ਨੇ ਦਿੱਲੀ ਦੰਗਿਆਂ ਵਿੱਚ ਜੋ ਕਾਂਗਰਸੀ ਸਨ ਉਹਨਾਂ ਦੇ ਮੁੜ ਜੋ ਦੱਬੇ ਹੋਏ ਕੇਸ ਸਨ, ਕ੍ਰਿਮੀਨਲ ਕੇਸ, ਉਹ ਆਰੰਭ ਕੀਤੇ ਅਤੇ ਉਹਨਾਂ ਨੂੰ ਸਜ਼ਾਵਾਂ ਦਵਾਈਆਂ। ਗੱਲ ਇੰਨੀ ਸਾਦੀ ਅਤੇ ਸਿੰਪਲ ਨਹੀਂ। ਬੀਜੇਪੀ ਦੀ ਸਰਕਾਰ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਜੋ ਬੀਜੇਪੀ ਦੇ ਵਰਕਰ ਜਿਨ੍ਹਾਂ ਉੱਪਰ ਦਿੱਲੀ ਇੱਕ ਥਾਣੇ 'ਚ 12 ਕੇਸ, ਕਿਤੇ 2 ਕੇਸ, ਕਿਤੇ 3 ਕੇਸ ਤੇ RSS ਵਰਕਰਾਂ ਦੇ ਆ, ਉਹਨਾਂ ਉੱਪਰ ਕੋਈ ਕਾਰਵਾਈ ਨਹੀਂ ਹੋਈ ਅਤੇ ਉਹਨਾਂ ਨੂੰ ਰਿਕਾਰਡ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੈਂ ਇਹ ਗੱਲ ਇਸ ਕਰਕੇ ਦੱਸ ਰਿਹਾ ਕਿ ਪਿਛਲੇ ਹਫ਼ਤੇ ਹੀ ਦਿੱਲੀ ਦੇ ਸਿੱਖਾਂ ਨੇ ਅਮਿਤ ਸ਼ਾਹ ਜੀ ਦਾ ਬੜਾ ਸਨਮਾਨ ਕੀਤਾ ਅਤੇ ਅਮਿਤ ਸ਼ਾਹ ਜੀ ਨੇ ਇਹ ਕਿਹਾ ਕਿ ਅਸੀਂ ਕਾਂਗਰਸੀਆਂ ਉੱਪਰ ਪੁਰਾਣੇ ਕੇਸ ਮੁੜ ਚਾਲੂ ਕੀਤੇ। ਔਰ ਜਿਵੇਂ ਕਿ ਦਿੱਲੀ ਸਰਕਾਰ ਨੇ, ਹਾਈ ਕੋਰਟ ਨੇ ਜੋ 13 ਵਿਅਕਤੀਆਂ ਨੂੰ ਬਰੀ ਕਰਤਾ ਸੀ ਕਿ ਉਹ ਇਤਨਾ ਪੁਰਾਣਾ ਕੇਸ ਇੰਨੇ ਸਾਲਾਂ ਦੇ ਗੈਪ ਬਾਅਦ ਮੁੜ ਲਿਆ ਕੇ ਕਿਉਂ ਇਸ ਸਮੇਂ ਚਲਾਇਆ ਗਿਆ, ਉਹ ਡਿਸਮਿਸ ਕਰ ਦਿੱਤੇ ਗਏ ਸੀ ਅਤੇ ਬੰਦੇ ਬਰੀ ਹੋ ਗਏ ਸੀ। ਉਹਨਾਂ ਕੇਸਾਂ ਨੂੰ ਦਿੱਲੀ ਜਿਹੜੀ ਹੈ ਪੁਲਿਸ, ਉਹ ਕਿਉਂਕਿ ਹੋਮ ਮਿਨਿਸਟਰ ਦੇ ਅੰਡਰ ਹੈ ਦਿੱਲੀ ਦੀ ਪੁਲਿਸ, ਉਹਦੇ ਵਿੱਚ ਦਿੱਲੀ ਦੀ ਸਰਕਾਰ ਯਾਨੀ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਦਾ ਕੋਈ ਰੋਲ ਨਹੀਂ। ਸੋ ਅਮਿਤ ਸ਼ਾਹ ਜੀ ਨੇ ਉਹ ਕੇਸ ਦਿੱਲੀ ਪੁਲਿਸ ਤੋਂ ਦੁਬਾਰਾ ਅਪੀਲ ਕਰਨ ਲਈ ਸੁਪਰੀਮ ਕੋਰਟ ਵਿੱਚ ਕੇਸ ਬਣਾਇਆ ਅਤੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਉਸ ਦੀ ਪਰਮਿਸ਼ਨ ਦਿੱਤੀ ਕਿ ਇਹਦੀ ਪਟੀਸ਼ਨ ਸੁਪਰੀਮ ਕੋਰਟ ਵਿੱਚ ਅਪੀਲ ਪਾਈ ਜਾਏ। ਤਾਂ ਦਿੱਲੀ ਦੇ ਸਿੱਖਾਂ ਨੇ ਬੜਾ ਸਨਮਾਨ ਕੀਤਾ, ਪਰ ਦਿੱਲੀ ਦੇ ਜਿਹੜੇ ਹੈਗੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਅਤੇ ਜਿਹੜੀ ਦਿੱਲੀ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਨਾਂ ਦੇ ਲੀਡਰਾਂ ਨੇ ਇਸ ਦਾ ਬੜਾ ਸਨਮਾਨ ਕੀਤਾ। ਮੈਂ ਇੱਥੇ ਤੁਹਾਨੂੰ ਇਹ ਦੱਸਾਂਗਾ
ਕਿ ਜੋ ਕੁਝ ਹੁਣ ਤੀਕਣ ਹੋਇਆ, ਦਿੱਲੀ ਦੰਗਿਆਂ ਬਾਰੇ ਤੱਥ ਤੁਹਾਡੇ ਸਾਹਮਣੇ ਰੱਖ ਰਿਹਾ ਕਿ ਨਾਨਾ ਜੀ ਦੇਸ਼ਮੁਖ ਜੋ ਕਿ RSS ਦੇ ਬੜੇ ਵੱਡੇ ਲੀਡਰ ਹਨ, ਜਦੋਂ ਇਹ ਦੰਗੇ ਹੋਏ ਤਾਂ ਉਸ ਉਪਰੰਤ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਜਿਸ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ ਇਹ ਠੀਕ ਸੀ, ਕਿਉਂਕਿ ਲੋਕਾਂ ਦੇ ਭਾਵਨਾਵਾਂ ਵਿੱਚ ਉਹਨਾਂ ਪ੍ਰਤੀ ਗੁੱਸਾ ਸੀ। ਉਹਨਾਂ ਨੇ ਇਸ ਨੂੰ ਜਸਟੀਫਾਈ ਕੀਤਾ। ਔਰ ਤੁਸੀਂ ਹੈਰਾਨ ਹੋਵੋਗੇ ਕਿ ਨਾਨਾ ਜੀ ਦੇਸ਼ਮੁਖ ਨੂੰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਭਾਰਤ ਰਤਨ ਦਾ ਸਨਮਾਨ ਦਿੱਤਾ। ਇਹ ਸਰਵ ਉਚਿਤ ਨਾਗਰਿਕ ਪੁਰਸਕਾਰ ਹੈ ਜਿਸ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਸੋ ਇਹ 2019 'ਚ ਉਹਨਾਂ ਦਾ ਸਨਮਾਨ ਹੋਇਆ। ਇਹ ਉਹ ਨੇਤਾ ਹਨ ਜਿਨ੍ਹਾਂ ਨੇ ਕਿਹਾ ਸਿੱਖਾਂ ਉੱਪਰ ਨਸਲਕੁਸ਼ੀ ਨੂੰ ਉਹਨਾਂ ਨੇ ਜਾਇਜ਼ ਠਹਿਰਾਇਆ ਅਤੇ ਉਸ ਨੂੰ ਠੀਕ ਦੱਸਿਆ। ਯਾਨੀ ਉਹਨਾਂ ਦੇ ਮਨ ਵਿੱਚ ਜੋ ਫਿਗਰਾਂ ਮੈਂ ਅੱਗੇ ਦਿਆਂਗਾ ਵੀ ਕਿੰਨੇ ਸਿੱਖ ਜਿਹੜੇ ਨੂੰ ਮਾਰੇ ਗਏ ਸਾਰੇ ਦੇਸ਼ ਵਿੱਚ, ਦਿੱਲੀ ਇਕੱਲੇ ਵਿੱਚ ਹੀ 3000 ਮਾਰੇ ਗਏ। ਤੋ ਇਹ ਜੋ ਸਿੱਖ ਮਨਿਆਰਿਟੀ ਪ੍ਰਤੀ, ਘੱਟ ਗਿਣਤੀ ਪ੍ਰਤੀ ਜੋ ਮੋਦੀ ਸਰਕਾਰ ਦਾ ਵਤੀਰਾ ਉਹ ਤੁਹਾਡੇ ਸਾਹਮਣੇ ਹੈ। ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਦੇਸ਼ ਦੇ ਸਾਬਕਾ ਡਿਪਟੀ ਪ੍ਰਾਈਮ ਮਿਨਿਸਟਰ LK ਅਡਵਾਨੀ ਜੀ ਨੇ ਆਪਣੀ ਜੋ ਸਵੈ ਜੀਵਨੀ ਲਿਖੀ ਹੈ ਮਾਈ ਕੰਟਰੀ ਮਾਈ ਲਾਈਫ, ਇਹ ਪੁਸਤਕ ਹੈ ਉਹਨਾਂ ਦੀ। ਔਰ ਇਹਦਾ ਫਾਰਵਰਡ ਵੀ ਸਾਬਕਾ ਦੇਸ਼ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਨੇ ਲਿਖਿਆ। ਇਹਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਆਪਣੇ ਆਪ ਨੂੰ ਮਾਣ ਦਿੱਤਾ ਕਿ ਜੋ ਗੋਲਡਨ ਟੈਂਪਲ 'ਤੇ ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਜੋ ਭਾਰਤੀ ਫੌਜ ਤੋਂ ਹਮਲਾ ਕਰਵਾਇਆ ਗਿਆ, ਉਸ ਦਾ ਸਿਹਰਾ LK ਅਡਵਾਨੀ ਆਪਣੇ ਸਿਰ ਲੈਂਦੇ ਨੇ। ਉਹ ਕਹਿੰਦੇ ਨੇ ਕਿ ਅਸੀਂ ਇੰਦਰਾ ਗਾਂਧੀ ਨੂੰ ਮਜਬੂਰ ਕੀਤਾ, ਪ੍ਰੈਸ ਕੀਤਾ ਕਿ ਦਰਬਾਰ ਸਾਹਿਬ ਵਿੱਚ ਭਾਰਤੀ ਫੌਜ ਨੂੰ ਭੇਜ ਕੇ ਅੰਦਰੋਂ ਇਹਨਾਂ ਮਿਲੀਟੈਂਟਾਂ ਨੂੰ, ਜਿਨ੍ਹਾਂ ਦਾ ਪਾਕਿਸਤਾਨ ਨਾਲ ਸੰਬੰਧ ਹੈ ਸਿੱਧਾ, ਅਤੇ ਪਾਕਿਸਤਾਨ ਦੇ ਕਹਿਣ 'ਤੇ ਉਹ ਇੱਥੇ ਖਾਲਿਸਤਾਨ ਦੀ ਮੰਗ ਰੱਖ ਰਹੇ ਹਨ ਅਤੇ ਦੇਸ਼ ਨੂੰ ਵੰਡਣਾ ਚਾਹੁੰਦੇ ਹਨ, ਉਹਨਾਂ ਨੂੰ ਬਿਲਕੁਲ ਠੀਕ ਕੀਤਾ ਕਿ ਉਹਨਾਂ ਉੱਪਰ ਫੌਜ ਦਾ ਹਮਲਾ ਹੋਇਆ। ਸਿਰਫ ਇਹ ਹੀ ਨਹੀਂ, ਮੈਂ ਤੁਹਾਨੂੰ ਇਸ ਕਿਤਾਬ 'ਚੋਂ ਇੱਕ ਫੋਟੋ ਵੀ ਦਿਖਾਵਾਂਗਾ ਜਿਸ ਫੋਟੋ ਵਿੱਚ ਤੁਸੀਂ ਦੇਖੋਗੇ ਕਿ ਉਹ ਜਲੂਸ ਪ੍ਰੋਸੈਸ਼ਨ ਕਰ ਰਹੇ ਨੇ, ਪ੍ਰਦਰਸ਼ਨ ਕੱਢ ਰਹੇ ਨੇ ਅੰਮ੍ਰਿਤਸਰ ਵਿੱਚ। LK ਅਡਵਾਨੀ ਦੇ ਨਾਲ ਕੋਈ ਭਾਜਪਾ ਦੇ ਪੰਜਾਬ ਦੇ ਲੀਡਰਾਂ ਜੋ ਮੰਗ ਕਰ ਰਹੇ ਨੇ ਕਿ ਇਸ ਬਾਰਡਰ ਸਟੇਟ ਵਿੱਚ ਫੌਜ ਲਗਾਈ ਜਾਏ। ਸੋ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੀ ਬੜੀ ਸ਼ਰਮ ਦੀ ਗੱਲ ਹੈ ਉਹ ਇਹ ਹੈ ਕਿ ਜਿਸ ਪਾਰਟੀ ਨੇ ਇਸ ਗੱਲ ਦਾ ਸਿਹਰਾ ਆਪਣੇ ਸਿਰ ਬੰਨ੍ਹਿਆ ਕਿ ਇੰਦਰਾ ਗਾਂਧੀ ਨੇ ਕੀਤਾ, ਉਸ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 26 ਸਾਲ ਸਾਂਝ ਰੱਖੀ ਹੈ ਅਤੇ ਉਹਨਾਂ ਨਾਲ ਰਲ ਕੇ ਸਰਕਾਰ ਬਣਾਈ ਹੈ। ਉਹਨਾਂ ਨੂੰ ਪੰਜਾਬ 'ਚ ਉਹਦੇ ਵੀ ਦਿੱਤੇ। ਮੈਂ ਇਹ ਨਹੀਂ ਰਿਪੀਟ ਕਰਨਾ ਚਾਹੁੰਦਾ ਕਿਵੇਂ ਸਿੱਖਾਂ ਨੂੰ ਮਾਰਿਆ ਗਿਆ, ਕਿਉਂਕਿ ਉਹ ਨਸਲਕੁਸ਼ੀ ਸੀਗੀ, ਉਹ ਸਿਰਫ ਦਿੱਲੀ ਵਿੱਚ ਨਹੀਂ ਹੋਈ, ਉਹ ਸਾਰੇ ਦੇਸ਼ 'ਚ ਹੋਈ। ਜੋ ਕੁਝ ਹੁਣ ਤੀਕਨ ਸਰਕਾਰੀ ਫਿਗਰਾਂ ਉਹਨਾਂ ਮੁਤਾਬਕ ਮੈਂ ਦੱਸਾਂਗਾ ਕਿ 3000 ਤੋਂ ਵੱਧ ਸਿੱਖ ਜਿਹੜੇ ਨੂੰ ਦਿੱਲੀ 'ਚ ਕਤਲ ਕੀਤੇ ਗਏ, ਜਲਾਏ ਗਏ, ਗੋਲੀਆਂ ਨਾਲ ਮਾਰ ਦਿੱਤੇ ਗਏ ਜਾਂ ਕੱਟ ਵੱਢ ਕਰਕੇ ਉਹਨਾਂ ਨੂੰ ਮਾਰ ਦਿੱਤਾ ਜਾਂ ਹਜੂਮੀ ਕਤਲ ਹੋਏ। 8000 ਤੋਂ ਲੈ ਕੇ 17000 ਤੱਕ ਸਿੱਖ ਸਾਰੇ ਦੇਸ਼ ਦੇ ਕੋਈ 40 ਸ਼ਹਿਰਾਂ ਵਿੱਚ ਉਹਨਾਂ ਨੂੰ ਮਾਰਿਆ ਗਿਆ, ਉਹਨਾਂ ਦਾ ਕਤਲੇ ਆਮ ਹੋਇਆ। ਔਰ 50000 ਤੋਂ ਵੱਧ ਜਿਹੜੇ ਸਿੱਖ ਸੀਗੇ ਉਹਨਾਂ ਤੋਂ ਘਰ-ਬਾਰ ਛੱਡ ਕੇ ਉਹਨਾਂ ਦਾ ਉਜਾੜਾ ਹੋਇਆ ਦਿੱਲੀ ਤੋਂ। ਸਟੀਲ
ਭਲਾਈ ਪਲਾਂਟ ਹੈ ਭਲਾਈ ਵਿੱਚ, ਉੱਥੋਂ ਦੀਆਂ ਜੋ ਖਬਰਾਂ ਕਿੱਥੇ ਨਹੀਂ ਛਪੀਆਂ, ਉੱਥੇ ਜਿਹੜੇ ਸਿੱਖ ਕੰਮ ਕਰਦੇ ਸੀ ਉਹਨਾਂ ਨੂੰ ਜਿੰਦੇ ਹੀ ਸਟੀਲ ਭਲਾਈ ਪਲਾਂਟ ਦੀ ਫਰਨਸ 'ਚ ਸਿੱਟ ਦਿੱਤਾ ਗਿਆ। ਸੋ ਇਹ ਜੋ ਸਿੱਖਾਂ ਨਾਲ ਦਰਿੰਦਿਆਂ ਵਾਲਾ ਕੰਮ ਹੋਇਆ, ਇਸ ਦੀ ਮਿਸਾਲ ਦੁਨੀਆ ਵਿੱਚ ਹੋਰ ਕਿੱਥੇ ਨਹੀਂ ਮਿਲਦੀ। ਅਤੇ ਇਸ ਕਲੰਕ ਤੋਂ ਨਾ ਤੇ ਭਾਰਤ ਆਪਣਾ ਧੋਣਾ ਧੋ ਸਕਦਾ ਹੈ ਅਤੇ ਨਾ ਹੀ ਦੇਸ਼ ਦੀ ਕਾਂਗਰਸ ਪਾਰਟੀ, ਇੰਦਰਾ ਗਾਂਧੀ ਦੀ ਪਾਰਟੀ। ਔਰ ਰਾਜੀਵ ਗਾਂਧੀ ਨੇ ਤਾਂ ਇਸ ਤਰ੍ਹਾਂ ਸਿੱਖਾਂ ਦੀ ਖਿੱਲੀ ਉਡਾਈ। ਉਹ ਇੱਕ ਜਗ੍ਹਾ ਭਾਸ਼ਣ ਦੇ ਰਹੇ ਸਨ, ਉਹਨਾਂ ਨੇ ਕਿਹਾ ਕਿ ਜਦ ਕੋਈ ਵੱਡਾ ਪੇੜ ਗਿਰਦਾ ਤਾਂ ਧਰਤੀ ਕੰਬਦੀ ਹੈ। ਅਸੀਂ ਉਹਦੀ ਇੱਕ ਕਾਰਟੂਨ ਬਣਾ ਕੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੇ ਅਸੀਂ ਦੱਸ ਸਕੀਏ ਕਿ ਇਹ ਕੀ ਕੀਤਾ ਗਿਆ ਅਤੇ ਕਿਉਂ ਕੀਤਾ ਗਿਆ। ਸੋ ਇਹ ਤਾਂ ਹੋਈ ਸਿੱਖਾਂ ਦੀ ਨਸਲਕੁਸ਼ੀ ਦੀ ਕਹਾਣੀ, ਜੋ ਕੋਈ 39 ਸਾਲ ਪੁਰਾਣੀ ਹੋ ਗਈ ਹੈ। ਸਿੱਖਾਂ ਨੂੰ ਹਜੇ ਤੱਕ ਕੋਈ ਨਿਆਂ ਨਹੀਂ ਮਿਲ ਰਿਹਾ ਔਰ ਕੋਈ 2-4 ਲੀਡਰਾਂ ਨੂੰ ਜਿਹੜਾ ਉਹ ਜੇਲ੍ਹਾਂ 'ਚ ਪਾਇਆ ਗਿਆ। ਔਰ ਇੱਥੇ ਮੈਂ ਤੁਹਾਨੂੰ ਦੱਸਦਾ ਕਿ BJP ਦੇ RSS ਦੇ ਲੀਡਰ, ਉਹਨਾਂ ਨੇ ਜਿਹੜਾ ਗੋਲਡਨ ਟੈਂਪਲ ਦਾ ਇੱਕ ਰੈਪਲੀਕਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਪਿਆ ਸੀ, ਉਹਦੇ ਪਲੇਟਫਾਰਮ 'ਤੇ ਯਾਤਰੂਆਂ ਦੇ ਜਿੱਥੇ ਬੈਠਦੇ ਸੀ, ਉਸ ਨੂੰ ਚੱਕ ਕੇ ਤੋੜਿਆ ਹਿੰਦੂ ਮਹਾਸਭਾ ਨੇ। ਔਰ ਉਹਨਾਂ ਨੇ ਜੋ ਕੁਝ ਵੀ ਬੇਇੱਜ਼ਤੀ ਕਰ ਸਕਦੇ ਸੀ ਉਹ ਕੀਤੀ। ਇਹ ਸਾਰੀਆਂ ਗੱਲਾਂ ਤੋਂ ਅਸੀਂ RSS ਅਤੇ BJP ਨੂੰ ਵੀ ਮੁਕਤ ਨਹੀਂ ਕਰ ਸਕਦੇ, ਚਾਹੇ ਸਾਡੇ ਸਿੱਖ ਲੀਡਰ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਵਾਲੇ, ਬਾਦਲ ਵਾਲੇ, ਜਿਨ੍ਹਾਂ ਨੇ BJP ਨਾਲ ਰਲ ਕੇ 26 ਸਾਲ ਆਪਣੀ ਜੋ ਸਰਕਾਰਾਂ ਬਣਾਉਣ ਦਾ ਯਤਨ ਕੀਤਾ, ਉਹਨਾਂ ਨੇ ਕੋਈ ਇਨਕੁਆਇਰੀ ਨਹੀਂ ਹੋਣ ਦਿੱਤੀ। ਜਿਵੇਂ ਕੇਂਦਰ ਕਹਿੰਦਾ ਸੀ ਸਭ ਕੁਝ ਭੁਲਾ ਦਿਓ, ਪ੍ਰਕਾਸ਼ ਸਿੰਘ ਬਾਦਲ ਵੀ ਕਹਿੰਦੇ ਸੀ ਸਭ ਕੁਝ ਭੁਲਾ ਦਿਓ, ਅਤੇ ਇਸ ਬੇਸ਼ਰਮੀ ਨਾਲ ਉਹਨਾਂ ਨੇ ਸਿੱਖਾਂ ਦੀਆਂ ਜੋ ਸ਼ਹੀਦੀਆਂ ਸੀ ਉਹਨਾਂ ਨੇ ਫਾਇਦਾ ਉਠਾਇਆ। ਔਰ ਹੁਣ ਮੈਂ ਗੱਲ ਕਰਦਾ ਹਾਂ ਕਿ ਇਹ ਜੋ ਘੱਟ ਗਿਣਤੀਆਂ ਨਾਲ ਹੋ ਰਿਹਾ ਹੈ, ਇਹ ਸਿਰਫ ਸਿੱਖਾਂ ਨਾਲ ਨਹੀਂ ਹੋਇਆ। ਮੈਂ ਤੁਹਾਨੂੰ 2002 ਦੀ ਘਟਨਾ ਦੱਸਦਾ ਕਿ ਜੋ ਗੋਧਰਾ ਟ੍ਰੇਨ ਸੀ ਜੋ ਗੁਜਰਾਤ ਨੂੰ ਜਾ ਰਹੀ ਸੀ, ਜੋ ਕਿ ਅਯੁੱਧਿਆ ਦੇ ਉਹਦੇ ਵਿੱਚ ਯਾਤਰੂ ਕਾਰ ਸੇਵਕ ਸਨ ਜੋ ਦਰਸ਼ਨ ਕਰਕੇ ਵਾਪਸ ਜਾ ਰਹੇ ਸਨ। ਤੋਂ ਗੋਧਰਾ ਰੇਲਵੇ ਸਟੇਸ਼ਨ 'ਤੇ ਕੁਝ ਸ਼ਰਾਰਤੀ ਅਨਸਰਾਂ ਨੇ ਉਸ ਟ੍ਰੇਨ ਦੇ ਇੱਕ ਡੱਬੇ ਵਿੱਚ ਤੇਲ ਪਾ ਕੇ ਅੱਗ ਲਾ ਦਿੱਤੀ। ਉਸ ਅੱਗ ਲੱਗਣ ਨਾਲ ਕੋਈ 60 ਦੇ ਕਰੀਬ ਜਿਹੜੇ ਕਾਰ ਸੇਵਕ ਸੀ ਉਹਨਾਂ ਦਾ ਦੇਹਾਂਤ ਹੋ ਗਿਆ, ਉਹ ਜਲ ਕੇ ਮਰ ਗਏ। ਇਸ ਦਾ ਦੋਸ਼ ਲੱਗਾ ਮੁਸਲਮਾਨਾਂ 'ਤੇ, ਔਰ ਮੁਸਲਮਾਨਾਂ 'ਤੇ ਜੋ ਇਸ ਮਾਮਲੇ 'ਚ ਨਾਨਾਵਤੀ ਮਹਿਤਾ ਕਮਿਸ਼ਨ ਬਿਠਾਇਆ ਗਿਆ ਸੀ, ਉਸਨੇ ਇਹ ਕਿਹਾ ਕਿ ਇਹ ਜੋ ਮੁਸਲਮਾਨਾਂ ਨੇ ਕੀਤਾ ਇਹ ਪ੍ਰੀ ਪਲੈਨਡ ਸੀਗਾ, ਇਹ ਉਹਨਾਂ ਨੇ ਪਹਿਲੇ ਹੀ ਮਿਥਿਆ ਹੋਇਆ ਸੀ ਅਤੇ ਕਾਰ ਸੇਵਕਾਂ ਨੂੰ ਉਹਨਾਂ ਨੇ ਅੱਗ ਲਾਈ। ਇਸ ਤੋਂ ਬਾਅਦ ਜੋ ਗੁਜਰਾਤ ਵਿੱਚ ਹੋਇਆ ਉਹ ਪੂਰਾ ਉਸ ਸਮੇਂ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਜੀ, ਜੋ ਕਿ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਉਹਨਾਂ ਦੀ ਸਮਰਥਨ ਨਾਲ, ਕਿਉਂਕਿ ਗੁਜਰਾਤ ਦੀ ਪੁਲਿਸ ਜਿਵੇਂ ਦਿੱਲੀ ਦੀ ਪੁਲਿਸ ਜੋ ਸਿੱਖਾਂ ਨੂੰ ਮਾਰ ਰਹੇ ਸੀ ਉਹਨਾਂ ਨਾਲ ਰਲ ਗਈ, ਉਹਨਾਂ ਦਾ ਸਮਰਥਨ ਕਰ ਰਹੀ ਸੀ ਅਤੇ ਉਹਨਾਂ ਨੇ ਕਿਸੇ ਨੂੰ ਰੋਕਿਆ ਨਹੀਂ। ਉਸੀ ਤਰ੍ਹਾਂ ਹੀ ਗੁਜਰਾਤ ਵਿੱਚ ਮੁਸਲਮਾਨਾਂ ਉੱਤੇ ਹਮਲੇ ਹੋਏ ਔਰ ਉਸ ਸਾਰੇ ਹਮਲਿਆਂ ਵਿੱਚ ਜੋ ਪੁਲਿਸ ਸੀ ਉਸ ਨੇ ਇਹ ਜਿਹੜੇ ਹਮਲੇ ਕਰ ਰਹੇ ਸੀ ਮੁਸਲਮਾਨਾਂ 'ਤੇ, ਉਹਨਾਂ ਨੂੰ ਜਿੰਦੇ ਵੀ ਜਲਾਇਆ ਗਿਆ। ਉੱਥੇ ਜਨਾਨੀਆਂ ਦੇ ਰੇਪ ਵੀ ਹੋਏ, ਮਿਸਿੰਗ ਵੀ ਹੋਈਆਂ, ਜਿਵੇਂ ਕਈ ਸਿੰਘਣੀਆਂ ਵੀ ਮਿਸਿੰਗ ਹੋ ਗਈਆਂ, ਉਹਨਾਂ ਦੇ ਰੇਪ ਵੀ ਹੋਏ ਪਰ ਉਹ ਅੱਜ ਤੱਕ ਲੱਭੀਆਂ ਨਹੀਂ। ਸੋ ਇੱਕ ਪੁਸਤਕ ਲਿਖੀ ਹੈ ਜਤਿੰਦਰ ਕੌਰ ਨੇ,
PhD ਹਨ ਪੰਜਾਬੀ ਯੂਨੀਵਰਸਿਟੀ ਤੋਂ। ਉਹਨਾਂ ਨੇ ਪੁਸਤਕ ਦਾ ਨਾਂ ਹੀ 31 ਅਕਤੂਬਰ ਰੱਖਿਆ 1984। ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦੇ ਕੁਝ ਰਿਸ਼ਤੇਦਾਰਾਂ ਨੂੰ ਕਤਲ ਕਰ ਦਿੱਤਾ ਗਿਆ ਅਤੇ ਉਹ ਲਾਸ਼ ਦੀ ਭਾਲ ਵਿੱਚ ਸਭ ਪਾਸੇ ਘੁੰਮ ਰਹੇ ਸਨ। ਉਹਨਾਂ ਨੂੰ ਇਹ ਦੱਸਿਆ ਗਿਆ ਕਿ ਇਹ ਲਾਸ਼ਾਂ ਕਰਨਾਲ ਬਾਈਪਾਸ ਕੋਲ ਪਈਆਂ, ਉੱਥੋਂ ਤੁਸੀਂ ਆਪਣੀ ਲਾਸ਼ ਲੱਭ ਕੇ ਲਿਆ ਸਕਦੇ। ਸੋ ਉਹਨਾਂ ਨੇ ਦੱਸਿਆ ਕਿ ਵੀ ਜਦੋਂ ਉਹਨਾਂ ਨੇ ਉੱਥੇ ਲਾਸ਼ਾਂ ਦਾ ਢੇਰ ਦੇਖਿਆ ਤਾਂ ਉਹਦਾ ਵਿੱਚੋਂ ਉਹਨਾਂ ਨੂੰ ਆਪਣੇ ਰਿਸ਼ਤੇਦਾਰ ਦੀ ਲਾਸ਼ ਸ਼ਾਇਦ ਮਿਲ ਗਈ, ਔਰ ਉੱਥੇ ਕਈ ਲੋਕ ਹਲੇ ਜਿੰਦੇ ਹੀ ਰੋ ਕੁਰਲਾ ਰਹੇ ਸਨ, ਚੀਕਾਂ ਮਾਰ ਰਹੇ ਸਨ। ਜਦੋਂ ਉਹ 2 ਦਿਨਾਂ ਬਾਅਦ ਮੁੜ ਉਸ ਸਥਾਨ 'ਤੇ ਗਏ ਤਾਂ ਉਹਨਾਂ ਲਾਸ਼ਾਂ ਨੂੰ ਪੈਟਰੋਲ ਅਤੇ ਮਿੱਟੀ ਦਾ ਤੇਲ ਪਾ ਕੇ ਜਲਾ ਦਿੱਤਾ ਗਿਆ ਸੀ। ਇਹ ਕੁਛ ਤੱਥ ਹਨ ਜਿਹੜੇ ਸਾਹਮਣੇ ਨਹੀਂ ਆਏ। ਹੁਣ ਮੈਂ ਗੱਲ ਕਰਦਾ ਸਾਬਕਾ ਵਾਈਸ ਚਾਂਸਲਰ ਜਸਪਾਲ ਸਿੰਘ ਹੋਰਾਂ ਦੀ। ਉਹਨਾਂ ਨੇ ਇਹ ਦੱਸਿਆ, ਉਹ ਪੀਤਮਪੁਰਾ 'ਚ ਰਹਿੰਦੇ ਦਿੱਲੀ, ਕਿ ਉਹਨਾਂ ਦੇ ਉੱਪਰ ਹਮਲਾ ਹੋਇਆ, ਉਹਨਾਂ ਦੀ ਬਾਂਹ ਟੁੱਟ ਗਈ, ਉਹਨਾਂ ਨੂੰ ਮਾਰਿਆ ਕੁੱਟਿਆ ਗਿਆ। ਉਹਨਾਂ ਨੇ ਸਮਝਿਆ ਕਿ ਜਸਪਾਲ ਸਿੰਘ ਜਿਹੜੇ ਉਹਨਾਂ ਦਾ ਦੇਹਾਂਤ ਹੋ ਗਿਆ ਤਾਂ ਉਹ ਉੱਥੋਂ ਚਲੇ ਗਏ। ਉਸ ਤੋਂ ਬਾਅਦ ਉਹ ਜਿਹੜੇ ਉਸ ਇਲਾਕੇ ਦੇ BJP ਦੇ ਲੀਡਰ ਸਨ, ਉਹ ਕਹਿੰਦੇ ਮੈਂ ਉਹਨਾਂ ਨੂੰ ਪਹਿਚਾਣਦਾ ਸੀ, ਜਾਣਦਾ ਸੀ, ਪਰ ਮੈਂ ਇਸ ਤਰ੍ਹਾਂ ਅੱਖਾਂ ਬੰਦ ਕਰਕੇ ਪਿਆ ਰਿਹਾ ਕਿ ਵੀ ਉਹ ਸਮਝਦੇ ਕਿ ਮੇਰੀ ਮੌਤ ਹੋ ਗਈ ਹੈ, ਅਤੇ ਉਹ ਚਲੇ ਗਏ। ਇਹ ਗੱਲ ਉਹਨਾਂ ਨੇ ਆਪਣੇ ਭਾਸ਼ਣ ਵਿੱਚ ਪੰਜਾਬੀ ਯੂਨੀਵਰਸਿਟੀ ਵਿੱਚ ਇੱਕ ਸੈਮੀਨਾਰ ਵਿੱਚ ਆਪ ਦੱਸੀ, ਕਿਉਂਕਿ ਉੱਥੇ ਉਹਨਾਂ ਨੇ ਦੱਸਿਆ ਕਿ ਜਦੋਂ 2-3 ਦਿਨ ਬਾਅਦ ਪੀਸ ਦਾ ਜਲੂਸ ਨਿਕਲਿਆ ਅਤੇ ਜਿਹੜੇ ਬੰਦਿਆਂ ਨੇ ਮੇਰੇ ਘਰ 'ਤੇ ਹਮਲਾ ਕੀਤਾ ਸੀ ਉਹ ਜਸਪਾਲ ਸਿੰਘ ਹੋਰਾਂ ਦੇ ਘਰ ਚਲੇ ਗਏ। ਉਹਨਾਂ ਨੇ ਕਿਹਾ ਜੀ ਚਲੋ ਪੀਸ ਮਾਰਚ ਕੱਢਣੀ ਹੈ ਸਰਦਾਰ ਜੀ, ਤੁਸੀਂ ਸਾਡੇ ਨਾਲ ਚੱਲੋ। ਉਹ ਕਹਿੰਦੇ ਮੈਂ ਆਪਣੀ ਜਿਹੜੀ ਮੇਰੀ ਬਾਂਹ ਪੱਟੀਆਂ 'ਚ ਬੰਨ੍ਹੀ ਸੀ ਜਾਂ ਪਲਸਤਰ 'ਚ ਬੰਨ੍ਹੀ ਸੀ, ਉਹ ਗਲ ਵਿੱਚ ਪਾ ਕੇ ਪੱਟਾ ਅਤੇ ਉਹਦੀ ਸਪੋਰਟ ਜਾਨੀ ਕਿ, ਅਤੇ ਮੈਂ ਉਹਦੇ ਨਾਲ ਗੱਡੀ 'ਚ ਬਹਿ ਗਿਆ ਅਤੇ ਮੈਂ ਵੀ ਉਸ ਪੀਸ ਮਾਰਚ ਗਿਆ। ਤੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਵੀ BJP ਵੀ ਇਹ ਜੋ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ ਉਸ ਤੋਂ ਆਪਣੇ ਆਪ ਨੂੰ ਮੁਕਤ ਨਹੀਂ ਕਰ ਸਕਦੇ। ਹੁਣ ਅਸੀਂ ਗੱਲ ਕਰ ਰਹੇ ਸੀ ਗੁਜਰਾਤ ਦੀ। ਸੋ ਗੁਜਰਾਤ ਵਿੱਚ ਜੋ ਮੁਸਲਮਾਨਾਂ 'ਤੇ ਨਿਹੱਥਿਆਂ 'ਤੇ ਹਮਲੇ ਹੋਏ, ਲੜਾਈਆਂ ਹੋਈਆਂ, ਫਿਰਕੂ ਫਸਾਦ ਹੋਏ, ਉਹਨਾਂ 'ਚ ਵੀ ਜੋ ਪ੍ਰਾਪਰਟੀਆਂ ਜਲੀਆਂ, ਮੈਂ ਉਹਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਬੜੇ ਸਾਲ ਹੋ ਗਏ, 21 ਸਾਲ ਹੋ ਗਏ, ਤੁਹਾਨੂੰ ਸਭ ਨੂੰ ਇਹ ਪਤਾ ਹਰ ਸਾਲ। ਉਹਦੇ ਵਿੱਚ 1000 ਦੇ ਕਰੀਬ ਮੁਸਲਮਾਨ ਮਾਰੇ ਗਏ। ਇੱਕ ਮੈਂਬਰ ਪਾਰਲੀਮੈਂਟ ਜਿਹਦੇ ਕੋਲ ਕਿ ਗੁਲਬਰਗਾ ਸੁਸਾਇਟੀ ਵਿੱਚ ਇਕੱਠੇ ਹੋ ਕੇ ਮੁਸਲਮਾਨ ਗਏ ਸੀ ਕਿ ਸਾਡਾ ਕੋਈ ਬਚਾਓ ਕਰੋ, ਉੱਥੇ ਅੱਗ ਲਾ ਦਿੱਤੀ ਗਈ ਤਾਂ ਉਹ ਮੈਂਬਰ ਪਾਰਲੀਮੈਂਟ ਵੀ ਜੀਂਦੇ ਮਾਰ ਦਿੱਤੇ ਗਏ, ਜਲ ਗਏ। ਹੁਣ ਅਸੀਂ ਆਉਂਦੇ ਹਾਂ ਬਿਲਕੁਲ ਨਵੀਂ ਜੋ ਘਟਨਾ ਵਾਪਰੀ ਹੈ, ਉਹ ਹੈ ਕਿ ਮਣੀਪੁਰ ਵਿੱਚ ਜੋ ਪਿਛਲੇ ਯਾਨੀ 4-5 ਮਹੀਨੇ ਤੋਂ ਫਸਾਦ ਹੋ ਰਹੇ ਨੇ, ਯਾਨੀ 3 ਮਈ ਤੋਂ ਸ਼ੁਰੂ ਹੋਏ ਸੀ। ਉਹਨਾਂ ਵਿੱਚ ਜੋ ਸਰਕਾਰੀ ਫਿਗਰਾਂ ਹਨ, 175 ਦੇ ਕਰੀਬ ਜਿਹੜੇ ਬੰਦੇ ਮਾਰੇ ਗਏ ਔਰ 96 ਦੇ ਕਰੀਬ ਜਿਹੜੇ ਉਹ ਲਾਪਤਾ ਹਨ। ਔਰ ਇਹ ਤੁਸੀਂ ਹੈਰਾਨ ਹੋਵੋਗੇ ਕਿ ਇਸ ਦਾ ਜੋ ਸਭ ਤੋਂ ਅਣਮਨੁੱਖੀ ਪੱਖ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ, ਇਹ ਸਾਰਿਆਂ ਨੂੰ ਪਹਿਲੇ ਵੀ ਪਤਾ ਹੈ ਕਿ ਉੱਥੇ ਨੰਗੇ ਕਰਕੇ ਔਰਤਾਂ ਦਾ ਜਲੂਸ ਕੱਢਿਆ ਗਿਆ। ਤੋ ਇਸ ਤੋਂ ਭੱਦੀ ਘਟਨਾ ਕੋਈ ਹੋਰ ਹੋ ਨਹੀਂ ਸਕਦੀ। ਔਰ ਉੱਥੇ ਹੋਇਆ ਕੀ ਹੈ, ਉੱਥੇ ਜੋ 5668 ਜਿਹੜੇ ਉੱਥੋਂ ਦੀ ਪੁਲਿਸ ਲਾਈਨ ਵਿੱਚ ਆਰਮਰੀ ਵਿੱਚ ਜੋ ਹਥਿਆਰ ਪਏ ਸੀ, ਉਹ ਲੋਕਾਂ ਨੂੰ ਲੁੱਟ ਕੇ ਲੈਣ ਜਾਣ ਦਿੱਤੇ ਗਏ। ਉਹਦੇ ਵਿੱਚ ਸਟੇਟ ਦੀ ਜਿਹੜੀ ਹੈ ਸਹਿਮਤੀ, ਮਿਲੀ ਭੁਗਤ ਸ਼ਰੇਆਮ ਨਜ਼ਰ ਆਉਂਦੀ ਹੈ। ਹਾਲੇ ਤੱਕ ਉਹਦੇ 'ਚੋਂ 1329 ਹਥਿਆਰਾਂ ਦੀ ਰਿਕਵਰੀ ਹੋਈ ਹੈ ਔਰ ਕਿੰਨੇ 5172 ਦੇ
ਕਰੀਬ ਅੱਗਾਂ ਦੇ ਕੇਸ ਔਰ ਕੋਈ 400 ਦੇ ਕਰੀਬ ਕਿਹਾ ਜਾਂਦਾ ਹੈ ਕਿ ਚਰਚਾਂ, ਪਰ 175 ਚਰਚਾਂ ਜਲਾਈਆਂ ਗਈਆਂ। ਕੁਝ ਈਸਾਈਆਂ ਨੇ ਵੀ ਮੰਦਰਾਂ 'ਤੇ ਅੱਗਾਂ ਲਾਈਆਂ, ਮੰਦਰਾਂ ਨੂੰ ਤੋੜਿਆ। ਇਹ ਜੋ ਸਾਰਾ ਕੁਝ ਤੁਹਾਡੇ ਸਾਹਮਣੇ ਆ। 1118 ਲੋਕਾਂ ਨੂੰ ਸਸਟੇਨੇਬਲ ਉਹਨਾਂ 'ਤੇ ਇੰਜਰੀਜ਼ ਹਨ, ਜ਼ਖਮ ਹਨ। ਸੋ ਇਹ ਜੋ ਸਾਰੀ ਲੁੱਟ ਖਸੁੱਟ ਹੋਈ ਹੈ ਕਿ 4716 ਘਰਾਂ ਨੂੰ ਅੱਗਾਂ ਲਾਈਆਂ ਗਈਆਂ। ਸੋ 15,050 ਯਾਨੀ ਗੋਲੇ ਬਰੂਦ, 400 ਬੰਬ ਆਦਿ ਜੋ ਪੁਲਿਸ ਨੇ ਹੁਣ ਤੱਕ ਰਿਕਵਰ ਕੀਤੇ। ਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਵੀ ਜਿਹੜਾ ਇੰਦਰਾ ਗਾਂਧੀ ਦੇ ਅਸੈਸੀਨੇਸ਼ਨ ਨਾਲ, ਜੋ ਕਿ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਦੋ ਉਹਦੇ ਜਿਹੜੇ ਅੰਗ ਰੱਖਿਅਕ ਸੀਗੇ, ਉਹਨਾਂ ਨੇ ਇਹ ਦੱਸਿਆ ਜਾਂਦਾ ਹੈ ਕਿ ਵੀ ਉਹ ਬੇਅੰਤ ਸਿੰਘ ਗੋਲਡਨ ਟੈਂਪਲ ਵਿੱਚ ਗਏ। ਉਹਨਾਂ ਨੇ ਜਦੋਂ ਅਕਾਲ ਤਖਤ ਦੀ ਵਿਗੜੀ ਹੋਈ ਸ਼ਕਲ ਦੇਖੀ, ਉਹਦੇ 'ਤੇ ਬੰਬਾਰਮੈਂਟ ਹੋਈ ਸੀ, ਉਹਨਾਂ ਦੇ ਅੰਦਰ ਕੁਝ ਇੱਕ ਅਜਿਹੀ ਭਾਵਨਾ ਪੈਦਾ ਹੋਈ ਕਿ ਜਿਨ੍ਹਾਂ ਵਿੱਚ ਉਹਨਾਂ ਨੇ ਵਾਪਸ ਆ ਕੇ ਡਿਊਟੀ ਜੁਆਇਨ ਕਰਕੇ ਅਤੇ ਸਤਵੰਤ ਸਿੰਘ ਨੂੰ ਨਾਲ ਲਾਇਆ ਅਤੇ ਇੰਦਰਾ ਗਾਂਧੀ ਨੂੰ ਉਸ ਦੇ ਘਰੇ ਮਾਰ ਦਿੱਤਾ। ਤੋ ਉਸ ਦੇ ਬਾਅਦ ਦੀ ਜੋ ਕਹਾਣੀ ਹੈ ਉਹ ਸਾਰੀ ਤੁਹਾਨੂੰ ਪਤਾ ਹੈ। ਸੋ ਇਹ 3 ਘਟਨਾਵਾਂ ਰਾਹੀਂ ਜੋ ਮੁਸਲਮਾਨਾਂ, ਕ੍ਰਿਸਚੀਅਨ ਅਤੇ ਸਿੱਖਾਂ ਦੀਆਂ ਹੋਈਆਂ, ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤ ਵਿੱਚ ਘੱਟ ਗਿਣਤੀਆਂ ਦਾ ਜਿਹੜਾ ਰਹਿਣਾ ਅਤੇ ਜੀਵਨ ਹੈ ਉਹ ਖਤਰੇ ਤੋਂ ਖਾਲੀ ਨਹੀਂ, ਔਰ ਉਹਨਾਂ ਨੂੰ ਕਿੱਥੋਂ ਨਿਆਂ ਮਿਲਣ ਦੀ ਵੀ ਉਮੀਦ ਨਹੀਂ ਹੁੰਦੀ। ਔਰ RSS ਦੇ ਮੁਖੀ ਭਾਗਵਤ ਜੀ ਨੇ ਜੋ ਦੁਸਹਿਰੇ ਵਾਲੇ ਦਿਨ, ਜੋ ਕਿ ਹਰ ਸਾਲ ਉਹ ਦਿੰਦੇ ਨੇ ਭਾਸ਼ਣ ਨਾਗਪੁਰ ਵਿੱਚ, ਜਿੱਥੇ ਕਿ ਹੈੱਡਕੁਆਟਰ ਹੈ RSS ਦਾ, ਉੱਥੇ ਜੋ ਆਪਣਾ ਭਾਸ਼ਣ ਦਿੱਤਾ, ਉਹਦੇ ਵਿੱਚ ਜਿਹੜੀ ਇੱਕ ਇਬਾਰਤ ਪਿਛਲੇ 5 ਮਹੀਨੇ 5.5 ਮਹੀਨੇ ਤੋਂ BJP ਦੇ ਲੀਡਰ, ਕੇਂਦਰੀ ਲੀਡਰ ਜਾਂ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਜਾਂ ਮਨੀਪੁਰ ਦੇ ਮੁੱਖ ਮੰਤਰੀ ਜੋ ਕਿ BJP ਦੇ ਹਨ, ਉਹੀ ਗੱਲ ਭਗਵਤ ਜੀ ਨੇ ਦੁਹਰਾਈ ਕਿ ਇਹ ਵਿਦੇਸ਼ੀ ਤਾਕਤਾਂ ਦਾ ਇਹਦੇ ਵਿੱਚ ਹੱਥ ਹੈ। ਠੀਕ ਹੈ, ਕੋਈ ਸਮਝ ਨਹੀਂ ਆ ਰਹੀ ਕਿ ਵੀ ਕਿਹੜੀਆਂ ਵਿਦੇਸ਼ੀ ਤਾਕਤਾਂ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਕਤਲੇਆਮ ਕਰਵਾਇਆ, ਕਿਉਂਕਿ ਸਰਕਾਰ 6 ਮਹੀਨੇ ਹੋਣ ਵਾਲੇ ਨੇ, ਹਾਲੇ ਤੱਕ ਇਸ ਗੱਲ 'ਚ ਕੋਈ ਦਿਲਚਸਪੀ ਨਹੀਂ ਦਿਖਾ ਰਹੀ ਕਿ ਇਹਨਾਂ ਨੂੰ ਰੋਕਿਆ ਜਾਏ। ਚਾਹੇ ਉਹਨਾਂ ਦੀ ਸਾਰੀ ਦੁਨੀਆ 'ਚ ਭੰਡੀ ਹੋਈ, ਯੂਰਪੀਅਨ ਯੂਨੀਅਨ ਨੇ ਵੀ ਆਪਣੇ ਰੈਜ਼ੋਲੂਸ਼ਨ ਜੋ ਪਾਸ ਕੀਤੇ, ਉਹਦੇ 'ਚ ਮਨੀਪੁਰ ਵਿੱਚ ਹੋਈ ਈਸਾਈਆਂ 'ਤੇ ਜੋ ਜ਼ੁਲਮ ਸੀ ਉਹਦੀ ਨਿੰਦਾ ਕੀਤੀ, ਅਤੇ ਹੋਰ ਕਈ ਸੰਸਥਾਵਾਂ ਨੇ ਕੀਤੀ, UNO ਨੇ ਕੀਤੀ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਈਵਨ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਜੀ ਆਪਣੀ ਯਾਤਰਾ 'ਤੇ ਗਏ ਐਗਰੀਮੈਂਟ ਕਰਨ, ਉਹਨਾਂ ਨੇ ਹਥਿਆਰ ਖਰੀਦਣੇ ਸੀ ਅਮਰੀਕਾ 'ਚ, ਤਾਂ ਅਮਰੀਕਾ ਦੇ ਜੋ ਸੀਗੇ ਨੇਤਾ MP, 75 MPਆਂ ਨੇ ਇੱਕ ਚਿੱਠੀ ਲਿਖੀ ਪ੍ਰੈਜ਼ੀਡੈਂਟ ਬਾਈਡਨ ਨੂੰ ਕਿ ਵੀ ਤੁਸੀਂ ਇਸ ਨਾਲ ਜੋ ਮਨੁੱਖੀ ਅਧਿਕਾਰਾਂ ਦਾ ਹਨਨ ਹੋ ਰਿਹਾ ਭਾਰਤ ਵਿੱਚ, ਉਹਦੇ ਬਾਰੇ ਉਸ ਨੂੰ ਚੇਤਾਵਨੀ ਦਿਓ। ਦੱਸਿਆ ਜਾਂਦਾ ਹੈ ਕਿ ਜੀਓ ਬਾਈਡਨ ਨੇ ਉਹਨਾਂ ਨੂੰ ਇਹ ਗੱਲ ਵਾਈਟ ਹਾਊਸ 'ਚ ਕਈਆਂ ਨੇ ਉਹਨਾਂ ਦਾ ਜਿਹੜਾ ਸਟੇਟ ਆਨਰ ਵਿੱਚ ਜੋ ਉਹਨਾਂ ਨੂੰ ਖਾਣਾ ਦਿੱਤਾ ਗਿਆ, ਉਸ ਨੂੰ ਵੀ ਕਈ ਪਾਰਲੀਮੈਂਟ ਦੇ ਮੈਂਬਰਾਂ ਨੇ ਬਾਈਕਾਟ ਕੀਤਾ। ਸੋ ਇਸ ਚਰਚਾ ਨੂੰ ਮੈਂ ਇੱਥੇ ਖ਼ਤਮ ਕਰਦਾ ਅਤੇ ਆਸ ਕਰਦਾ ਕਿ ਇਹ ਚਰਚਾ ਤੁਹਾਨੂੰ ਪਸੰਦ ਆਏਗੀ, ਔਰ ਇਸ ਨੂੰ ਤੁਸੀਂ ਵੱਧ ਤੋਂ ਵੱਧ ਆਪਣੇ
ਸਾਕ ਸੰਬੰਧੀਆਂ ਮਿੱਤਰਾਂ ਅਤੇ ਹੋਰ ਲੋਕਾਂ ਨਾਲ ਸਾਂਝੀ ਕਰੋਗੇ। ਮੇਰੀ ਗੁਜ਼ਾਰਿਸ਼ ਹੈ, ਜੇਕਰ ਤੁਸੀਂ ਅੰਮ੍ਰਿਤ ਪ੍ਰਸਾਰ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰੋ, ਸਾਡਾ ਮਾਣ ਵਧਾਓ। ਸਤਿ ਸ੍ਰੀ ਅਕਾਲ।